ਡੀਅਰ ਸਟੂਡੈਂਟਸ ਵੈਲਕਮ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਏਮਸ ਐਂਡ ਡਿਟਰਮੀਨੇਸ਼ਨ ਵਾਲਾ ਜਿਹੜਾ ਟੌਪਿਕ ਆ ਉਹ ਕਲੀਅਰ ਕਰਾਂਗੇ। ਹੁਣ ਜਿਵੇਂ ਕਿ ਤੁਹਾਨੂੰ ਪਤਾ ਵੀ ਜਿਹੜੇ ਏਮਸ ਆਫ ਐਜੂਕੇਸ਼ਨ ਨੇ ਬਹੁਤ ਇੰਪੋਰਟੈਂਟ ਨੇ ਕਿਸੇ ਵੀ ਦੇਸ਼ ਦਾ ਜਿਹੜਾ ਐਜੂਕੇਸ਼ਨਲ ਸਿਸਟਮ ਹੈ ਉਹ ਸਾਰਿਆਂ ਦੇ ਲਈ। ਲਾਈਕ ਅਦਰ ਐਸਪੈਕਟਸ ਆਫ ਐਜੂਕੇਸ਼ਨ, ਏਮਸ ਆਰ ਆਲਸੋ ਡਿਟਰਮਾਈਨਡ ਬਾਈ ਡਿਫਰੈਂਟ ਸਕੂਲਸ ਆਫ ਫਿਲੋਸਫੀ and also other disciplines like sociology, psychology, economics and political science. Now determinants of aims, curriculum and methods of education. First है philosophical factors, ਜਿਹੜੇ ਦਾਰਸ਼ਨਿਕ ਕਾਰਕ ਨੇ ਉਹ ਇਹਨੂੰ ਇਫੈਕਟ ਕਰਦੇ ਨੇ, ਪ੍ਰਭਾਵ ਪਾਉਂਦੇ ਨੇ। In order to determine the ਏਮਸ ਆਫ ਐਜੂਕੇਸ਼ਨ ਦਾ ਬੇਸ ਇਜ਼ ਫਿਲੋਸਫੀ। ਫਿਲੋਸਫੀ ਕੀ ਹੈ? ਆਧਾਰ ਹੈ ਜਦੋਂ ਅਸੀਂ ਏਮਸ ਨਿਰਧਾਰਿਤ ਕਰਦੇ ਹਾਂ ਐਜੂਕੇਸ਼ਨ ਦੇ। ਦਾ ਫਿਲੋਸਫੀ ਆਫ ਲਾਈਫ ਆਫ ਦਾ ਪੀਪਲਸ ਇਜ਼ ਐਨ ਇਨਫਲੂਐਂਸ਼ੀਅਲ ਡਿਟਰਮੀਨੈਂਟ ਆਫ ਏਮਸ ਆਫ ਐਜੂਕੇਸ਼ਨ ਆਫ ਦਾ ਨੇਸ਼ਨ। ਡਿਫਰੈਂਟ ਫਿਲੋਸਫੀ ਹੈਜ਼ ਡਿਫਰੈਂਟ ਏਮਸ ਆਫ ਐਜੂਕੇਸ਼ਨ। ਹੁਣ ਜੇਕਰ ਅਸੀਂ ਕਿਸੇ ਫਿਲੋਸਫੀ ਦੀ ਗੱਲ ਕਰਾਂਗੇ ਤਾਂ ਉਹਦੇ ਜਿਹੜੇ ਏਮਸ ਆਫ ਐਜੂਕੇਸ਼ਨ ਉਹ ਵੀ ਡਿਫਰੈਂਟ ਹੋਣਗੇ। ਸੈਕਿੰਡ ਇਜ਼ ਸੋਸ਼ੋਲੋਜੀਕਲ ਫੈਕਟਰਸ। ਸੋਸ਼ੈਲੋਜੀ ਐਜ਼ ਅ ਸਾਇੰਸ ਆਫ ਸੋਸਾਇਟੀ, ਕਿਉਂਕਿ ਸੋਸ਼ੈਲੋਜੀ ਦੇ ਵਿੱਚ ਅਸੀਂ ਕੀ ਪੜ੍ਹਦੇ ਹਾਂ? ਸੋਸਾਇਟੀ ਬਾਰੇ। ਪਲੇਜ਼ ਅ ਪ੍ਰੋਮੀਨੈਂਟ ਰੋਲ ਔਰ ਅ ਡਿਟਰਮੀਨੈਂਟਸ ਆਫ ਸਮ ਆਫ ਦਾ ਐਜੂਕੇਸ਼ਨਲ ਏਮਸ ਫਰੋਮ ਦਾ ਸੋਸ਼ੋਲੋਜੀਕਲ ਪੁਆਇੰਟ ਆਫ ਵਿਊ। ਹੁਣ ਜਿਹੜੇ ਏਮਸ ਆਫ ਐਜੂਕੇਸ਼ਨ ਨਿਰਧਾਰਿਤ ਹੁੰਦੇ ਨੇ ਉਹ ਜਿਸ ਤਰ੍ਹਾਂ ਦੀ ਸੁਸਾਇਟੀ ਦੇ ਵਿੱਚ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾ ਰਹੀ ਹੈ ਉਸ ਸੁਸਾਇਟੀ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ। ਇਸ ਕਰਕੇ ਸੁਸਾਇਟੀ ਪਲੇਜ਼ ਅ ਪ੍ਰੋਮੀਨੈਂਟ ਹੁੰਦਾ ਹੈ ਜਿਹੜਾ ਮੁੱਖ ਹੁੰਦਾ ਹੈ। Next is science and technology. Science and technology form powerful determination of different aspects of educational phenomena, क्योंकि आज का जो टाइम है किदा है साइंस ते टेक्नोलॉजी का। Next is political ideology. Education in any country and at all periods reflects values of the ruling class. ਹੁਣ ਜਿਹੜੀ ਪਾਰਟੀ ਦੇ ਹੱਥ ਦੇ ਵਿੱਚ ਪਾਵਰ ਹੁੰਦੀ ਹੈ, ਮੀਨਜ਼ ਜਿਹਦੀ ਸਰਕਾਰ ਹੁੰਦੀ ਹੈ, ਤਾਂ ਉਹਨਾਂ ਦੀ ਜਿਹੜੀ ਆਈਡੀਓਲੋਜੀ ਹੁੰਦੀ ਹੈ ਉਹ ਵੀ ਏਮਸ ਆਫ ਐਜੂਕੇਸ਼ਨ ਨੂੰ ਇਫੈਕਟ ਕਰਦੀ ਹੈ, ਨਿਰਧਾਰਿਤ ਕਰਦੀ ਹੈ। ਦ ਏਮਸ ਆਫ ਐਜੂਕੇਸ਼ਨ ਆਰ ਇਨਫਲੂਐਂਸਡ ਬਾਏ ਪੋਲੀਟੀਕਲ ਆਈਡੀਓਲੋਜੀ। ਨੈਕਸਟ ਇਜ਼ ਰਿਲੀਜੀਅਸ ਆਈਡੀਓਲੋਜੀ। ਹੁਣ ਜਿਹੜੀ ਧਾਰਮਿਕ ਵਿਚਾਰਧਾਰਾ ਹੁੰਦੀ ਹੈ ਉਹ ਵੀ ਪ੍ਰਭਾਵ ਪਾਉਂਦੀ ਹੈ। ਰਿਲੀਜਨ ਇਫੈਕਟਸ ਦ ਏਮ ਆਫ ਐਜੂਕੇਸ਼ਨ, ਇਟ ਗਿਵਸ ਦ ਮੋਰਲ ਐਂਡ ਸਪਿਰਿਚੁਅਲ ਵੈਲਿਊਜ਼, ਕਿਉਂਕਿ ਕੋਈ ਵੀ ਜਿਹੜੇ ਧਰਮ ਨੇ ਉਹ ਸਾਨੂੰ ਮੋਰਲ ਅਤੇ ਜਿਹੜੇ ਸਪਿਰਿਚੁਅਲ ਵੈਲਿਊਜ਼ ਨੇ ਉਹ ਦਿੰਦੇ ਨੇ। ਸਾਈਕੋਲੋਜੀਕਲ ਆਈਡੀਓਲੋਜੀ, ਇਟ ਕੰਸਰਨਸ ਕਨਸੈਪਟ ਆਫ ਹਿਊਮਨ ਨੇਚਰ। ਹੁਣ ਸਾਈਕੋਲੋਜੀ ਦੇ ਵਿੱਚ ਅਸੀਂ ਕੀ ਪੜ੍ਹਦੇ ਹਾਂ? ਹਿਊਮਨ ਨੇਚਰ ਬਾਰੇ। ਏਮਸ ਆਫ ਐਜੂਕੇਸ਼ਨ ਆਰ ਆਲਸੋ ਡਿਟਰਮਾਈਨਡ ਬਾਈ ਦਿਸ ਕਨਸੈਪਟ ਪ੍ਰੀਵਲੈਂਟ ਇਨ ਅ ਸੋਸਾਇਟੀ। ਨੈਕਸਟ ਇਜ਼ ਇਕਨੋਮਿਕ ਕੰਡੀਸ਼ਨਸ। ਇਕੋਨੋਮਿਕਲੀ ਪ੍ਰੋਸਪੈਰਸ ਕੰਟਰੀਜ਼ ਹੈ ਬਰੋਡ ਏਮਸ ਆਫ ਐਜੂਕੇਸ਼ਨ, ਕਿਉਂਕਿ ਉਹਨਾਂ ਕੋਲ ਬਹੁਤ ਜ਼ਿਆਦਾ ਪੈਸਾ ਹੁੰਦਾ ਐਜੂਕੇਸ਼ਨ 'ਤੇ ਖਰਚ ਕਰਨ ਦੇ ਲਈ। ਇਸ ਕਰਕੇ ਜਿਹੜੇ ਉਹਨਾਂ ਦੇ ਏਮਸ ਆਫ ਐਜੂਕੇਸ਼ਨ ਨੇ ਉਹ ਵੀ ਬਰੋਡਰ ਹੋਣਗੇ। ਵਾਈਲ ਪੂਅਰ ਕੰਟਰੀਜ਼ ਓਨਲੀ ਥਿੰਕ ਅਬਾਊਟ ਜਨਰਲ ਐਜੂਕੇਸ਼ਨ। ਨੈਕਸਟ ਇਜ਼ ਨੈਸ਼ਨਲ ਐਂਡ ਇੰਟਰਨੈਸ਼ਨਲ ਗੋਲਸ। These goals also determine aims of education like oneness of the world, world peace, cooperation, etc. Next is cultural factors. Socio-cultural heritage of a nation greatly affects the aims of education. ਹੁਣ ਜਿਸ ਤਰ੍ਹਾਂ ਦਾ socio-cultural ਹੈ ਕਿਸੇ ਵੀ ਦੇਸ਼ ਦਾ, ਸਮਾਜ ਦਾ, ਤਾਂ ਉਹ ਵੀ ਐਜੂਕੇਸ਼ਨਲ ਏਮਸ ਨੂੰ ਨਿਰਧਾਰਿਤ ਕਰਦੇ ਨੇ। ਨੈਕਸਟ ਇਜ਼ ਐਕਸਪਲੋਨੇਸ਼ਨ ਆਫ ਨੌਲੇਜ। As an effect of scientific and technological knowledge, aims of education are determined. ਹੁਣ ਜਿਸ ਤਰ੍ਹਾਂ ਦੀ ਨੌਲੇਜ ਦੇਖੋ ਸਪਰੈਡ ਹੋ ਰਹੀ ਹੈ, ਜਿਵੇਂ ਕਿ ਸਾਇੰਸ ਅਤੇ ਟੈਕਨੋਲੋਜੀ, ਤਾਂ ਉਹਦੀ ਜਿਹੜੀ ਡਿਮਾਂਡ ਆ ਉਹ ਵੀ ਵੱਧ ਰਹੀ ਹੈ ਕਿ ਸਾਨੂੰ ਜਿਹੜੀ ਐਜੂਕੇਸ਼ਨ ਹੈ ਇਹਦੇ ਅਕੋਰਡਿੰਗ ਹੀ ਦਿੱਤੀ ਜਾਵੇ। Now we will discuss aims and determinants of education with reference to curriculum and pedagogy. First ਅਸੀਂ ਗੱਲ ਕਰਾਂਗੇ curriculum ਬਾਰੇ। Curriculum has been derived from Latin word, ਜਿਹੜਾ Latin word ਹੈ ਉਹ ਤੋਂ ਲਿਆ ਗਿਆ curriculum word crucere, which was meaning the path of the course of the running. Roman Catholics, pedagogically it comes to mean the course of studies to be pursued by the students or the content of education to be imparted to the young generation. Means ਉਹ ਕੋਰਸ ਜਾਂ ਜਿਹੜਾ ਕੁਛ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਉਹ ਕੀ ਹੈ? ਕਰੀਕੁਲਮ।
It denotes the overall content of instruction. Means पूरा ਜਿਹੜਾ कंटेंट है ਉਹਦੇ ਲਈ ਇਹ ਕੀ ਨੇ ਉਹਦੀਆਂ instructions ਹੁੰਦੀਆਂ ਨੇ. Curriculum is not automatically available to teacher. ਇਹ automatically ਨਹੀਂ ਆਉਂਦਾ teacher ਕੋਲ and education ਕੋਲ. It is to be deliberately planned considering philosophy of education. Means ਕਿ ਇਹਨੂੰ plan ਕੀਤਾ ਜਾਂਦਾ ਹੈ. A stage of development and cultural stage of development and resources are need of a nation. ਹੁਣ ਇਹਨੂੰ ਕਿਵੇਂ ਨਿਰਧਾਰਿਤ ਕੀਤਾ ਜਾਂਦਾ, ਕਿਵੇਂ ਪਲਾਨ ਕੀਤਾ ਜਾਂਦਾ ਹੈ. ਫਿਲੋਸਫੀ ਆਫ ਐਜੂਕੇਸ਼ਨ ਦੇਖੀ ਜਾਂਦੀ ਹੈ ਕਿ ਐਜੂਕੇਸ਼ਨ ਦੀ ਫਿਲੋਸਫੀ ਕੀ ਹੈ. ਉੱਥੋਂ ਦਾ ਜਿਹੜਾ ਕਲਚਰਲ ਦੇਖਿਆ ਜਾਂਦਾ ਕੀ ਹੈ, ਕਲਚਰ ਸਟੇਜ ਆਫ ਡਿਵੈਲਪਮੈਂਟ ਦੇਖੀ ਜਾਂਦੀ ਹੈ, ਰਿਸੋਰਸਿਸ ਦੇਖੇ ਜਾਂਦੇ ਕਿ ਕਿੰਨੇ ਕੁ ਅਵੇਲੇਬਲ ਨੇ ਅਤੇ ਉਸ ਦੇਸ਼ ਦੀਆਂ ਜਿਹੜੀਆਂ ਨੀਡਸ ਨੇ ਉਹ ਕੀ ਨੇ. ਜਿਹੜਾ ਬਰੋਡਰ ਵੀ ਉਹਦੇ ਅਕੋਰਡਿੰਗ ਪੈਡਾਗੋਜੀਕਲੀ ਕਰੀਕੂਲਮ ਕਮਸ ਟੂ ਮੀਨ ਦ ਕੋਰਸ ਆਫ ਸਟੱਡੀਜ਼. ਜਿਹੜਾ ਕੁਛ ਪੜ੍ਹਾਉਣਾ ਹੈ ਕੋਰਸ ਦੀ ਵਿੱਚ ਜੋ ਵੀ ਸਾਡੇ ਕੋਲ ਮਟੀਰੀਅਲ ਅਵੇਲੇਬਲ ਹੈ ਜਿਹਦੀ ਅਸੀਂ ਸਟੱਡੀ ਕਰਾਉਣੀ ਹੈ. ਇਨ ਏ ਬਰੋਡਰ ਸੈਂਸ it indicates the sum total of the all experiences provided to the students by the school through organization of its entire work. ਹੁਣ ਇਹਦੇ ਵਿੱਚ ਕੀ ਹੁੰਦੇ ਨੇ, ਜਿਹੜੇ ਅਸੀਂ ਐਕਸਪੀਰੀਅੰਸ ਬੱਚਿਆਂ ਨੂੰ ਦੇਣੇ ਹੁੰਦੇ ਨੇ ਉਹ ਸਾਰੇ ਇਹਦੇ ਵਿੱਚ ਸ਼ਾਮਿਲ ਹੁੰਦੇ ਨੇ. In this sense, curriculum does not mean the academic subjects alone taught by the schools. ਮੀਨਸ ਇਕੱਲੇ ਜਿਹੜੇ ਅਕੈਡੈਮਿਕ ਸਬਜੈਕਟਸ ਨੇ ਉਹ ਨਹੀਂ ਹੁੰਦੇ. ਇਹਦਾ ਮਤਲਬ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਰੀਕੂਲਮ ਦੇ ਵਿੱਚ ਸਿਰਫ ਅਕੈਡੈਮਿਕ ਸਬਜੈਕਟਸ ਹੁੰਦੇ ਨੇ. In a narrow sense, it is conceived as the syllabi of school subjects. According to Silbeck, the word curriculum is used to refer to all those activities which teachers and schools deliberately provide in order to achieve their objects. ਹੁਣ ਜਿਹੜੇ objective ਸਾਹਮਣੇ ਰੱਖੇ ਹੁੰਦੇ ਨੇ, ਗੋਲ ਸਾਹਮਣੇ ਰੱਖੇ ਹੁੰਦੇ ਨੇ, ਉਹਨਾਂ ਨੂੰ ਪੂਰਾ ਕਰਨ ਦੇ ਲਈ ਜਿਹੜੀਆਂ ਵੀ ਐਕਟੀਵਿਟੀਜ਼ ਪਰਫੋਰਮ ਕਰਦੇ ਨੇ, that's called curriculum. The course of studies evolved from the curriculum syllabi are but outlines of the course content to be included in the chosen subject. ਜਿਹੜੇ ਸਬਜੈਕਟ ਬੱਚਾ ਚੂਜ਼ ਕਰਦਾ ਜਾਂ ਸਕੂਲ ਵਾਲੇ ਪੜ੍ਹਾਉਣ ਦੇ ਲਈ ਚੂਜ਼ ਕਰਦੇ ਨੇ ਉਹਦੇ ਅਕੋਰਡਿੰਗ ਹੁੰਦੇ ਆ. Hence curriculum is a broad term. Apart from contents of subjects to be studied, it concludes that so-called extra or co-curricular activities. ਹੁਣ ਜਿਹੜੀਆਂ ਕੁਛ ਐਕਟੀਵਿਟੀਜ਼ ਕਰਵਾਈਆਂ ਜਿਹੜੀ ਕਿ ਕਰੀਕੂਲਮ ਨਾਲ ਰਿਲੇਟਡ ਹੁੰਦੀਆਂ ਨੇਗੀਆਂ ਬਟ ਉਹ ਐਕਸਟਰਾ ਹੁੰਦੀਆਂ ਨੇ, ਉਹਨਾਂ ਨੂੰ ਅਸੀਂ ਕੀ ਕਹਿੰਦੇ ਕਰੀਕੂਲਰ ਐਕਟੀਵਿਟੀਜ਼, ਕੋ ਕਰੀਕੂਲਰ ਐਕਟੀਵਿਟੀਜ਼. This broad concept of curriculum is finally expressed by the SEC 1952 Secondary Education Commission, ਜਿਹੜਾ ਕਿ 1952 to 53 ਦੇ ਵਿੱਚ ਬਣਿਆ ਸੀ. ਉਹਨੇ ਕਿਵੇਂ ਕਿਹਾ, in the first place it must be clearly understand that according to the best modern education through curriculum in this context does not mean only the academic subjects. means ਸਿਰਫ ਜਿਹੜੇ academic subjects ਨੇ ਉਹੀ ਨਹੀਂ ਹੈ. ਇਹਦਾ ਮਤਲਬ traditionally taught in the school, ਜਿਵੇਂ ਕਿ ਪੁਰਾਣੇ ਸਮੇਂ ਦੇ ਵਿੱਚ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਂਦਾ ਸੀ, but it includes the totality of experiences that pupils receive through the manifold activities that go on in the numerous informal contexts between teachers and pupils. ਜਿਹੜੀਆਂ different activities ਨੇ ਉਹ ਵੀ ਇਹਦੇ ਵਿੱਚ include ਨੇ. In this sense, the whole life of the school becomes the curriculum which can touch the life of the students in all pursuits and help in the evolution of balanced personality. ਜਿਹਦੇ ਨਾਲ ਕਿ ਜਿਹੜੀ balanced personality ਹੈ ਉਹ ਡਿਵੈਲਪ ਹੁੰਦੀ ਹੈ. This is the modern concept of curriculum. Now ਅਸੀਂ ਗੱਲ ਕਰਾਂਗੇ ਕਿ ਪੈਡਾਗੋਜੀ ਕੀ ਹੈ. ਪੈਡਾਗੋਜੀ ਹੁੰਦੇ ਆ ਮੈਥਡਸ ਆਫ ਟੀਚਿੰਗ, ਕਿ ਕਿਸ ਤਰੀਕੇ ਨਾਲ ਪੜ੍ਹਾਉਣਾ ਹੈ. ਪੈਡਾਗੋਜੀ ਇਜ਼ ਆਰਟ ਐਂਡ ਸਾਇੰਸ ਆਫ ਟੀਚਿੰਗ. ਜਨਰਲੀ ਇਟ ਮੀਨਸ ਮੈਥਡਸ ਆਫ ਟੀਚਿੰਗ ਫॉर ਅ ਕਾਮਨ ਮੈਨ. ਇਨ ਫੈਕਟ ਪੈਡਾਗੋਜੀ ਇਜ਼ ਅ ਵੇ ਇਨ ਵਿਚ ਟੀਚਰ accompany learners to their growth and development. ਹੁਣ ਜਿਹੜਾ ਟੀਚਰ ਆ ਉਹ ਮੈਥਡਸ ਕਿਵੇਂ ਯੂਜ਼ ਕਰਦਾ ਹੈ ਤਾਂ ਜੋ ਬੱਚਿਆਂ ਜਿਹੜੀ ਅੱਛੀ ਗਰੋਥ ਅਤੇ ਡਿਵੈਲਪਮੈਂਟ ਆ ਉਹ ਹੋ ਸਕੇ. Most educationists think that pedagogy cannot be reduced to mere methodology. It should include a global view. ਕਹਿੰਦੇ ਇਹਦਾ ਕੀ ਹੈ, ਇਹਦਾ global view ਹੋਣਾ ਚਾਹੀਦਾ ਹੈ and vision of the ideal human person to be educated. It also provides criteria for choices of means to be used
इन द प्रोसैस ऑफ एजुकेशन। हुण साडे कोल डिफरेंट जिहड़े मैथड्स ऑफ टीचिंग हुंदे ने, तां असीं उन्हां नूं बच्चों के अकॉर्डिंग, बच्चों के लैवल के अकॉर्डिंग, अपने कंटेंट के अकॉर्डिंग चूज़ कर सकते हैं। हैंस इन ऑर्डिनरी सेंस पैडागॉजी इज़ द साइंस ऑफ टीचिंग एंड इंक्लूड मैथडोलॉजी ऑफ टीचिंग and means to be used in the process of education. Now, nature of teaching methods. Teaching methods denote the modes of instruction, education, interaction and communication etc. ਹੁਣ ਟੀਚਿੰਗ ਮੈਥਡਸ ਅਸੀਂ ਕਿਹਨੂੰ ਕਹਿੰਦੇ ਆ ਵੀ ਅਸੀਂ ਕੋਈ ਵੀ ਬੱਚਿਆਂ ਨੂੰ ਇੰਸਟਰਕਸ਼ਨ ਦੇਣੀ ਹੈ, ਉਹਦਾ ਕੀ ਮੋਡ ਰੱਖਿਆ, ਮੀਨਸ ਕਿਹੜਾ ਢੰਗ ਹੈ, ਐਜੂਕੇਸ਼ਨ ਦੇਣੀ ਹੈ, इंटरैक्शन करनी है बच्चों नाल, उहदा किहड़ा मोड है, कम्यूनीकेशन करनी है, उहदा किहड़ा मोड है, किहड़ा ढंग है, उहनूं असीं कहने नेचर ऑफ टीचिंग मैथड्स। इट इज़ कंसीडर्ड टू बी बायपोलर प्रोसैस। बायपोलर मीनस दो ध्रुवी, जिहदे विच दो जिहड़े परसन ने वो इनवॉल्व हुंदे ने, इनवॉल्विंग गिविंग एंड टेकिंग, एक देण वाला ते एक लैण वाला। एक देखो आइडिया दिंदा है, वो कौन टीचर, ते जिहड़े स्टूडेंट्स ने वो आइडियाज़ लैंदे ने। For this purpose of teaching and learning, many methods have been involved during the course of human history, which are designated as teaching methodology. Now, development of teaching methodology. In the development of methods of teaching, efforts were made from Comenius to Gandhi to improve classroom teaching. मीनस जिहड़े एफर्ट्स ने बहुत सारे जिहड़े फिलोसफर्स ने, एजुकेशनिस्ट ने, सारिਆਂ ने कीते ने ਤਾਂ ਜੋ ਜਿਹੜੀ ਕਲਾਸਰੂਮ ਟੀਚਿੰਗ ਆ ਉਹਨੂੰ ਇੰਪਰੂਵ ਕੀਤਾ ਜਾ ਸਕੇ। ਦ origin of modern methods of teaching can be traced back in sense realism, which had laid its emphasis on the training of senses। ਹੁਣ ਇਹਦੇ ਵਿੱਚ ਕੀ ਕਿਹਾ ਗਿਆ ਕਿ ਜਿਹੜੇ ਸੈਂਸਸ ਦੀ ਟ੍ਰੇਨਿੰਗ ਹੈ ਉਹ ਦੇਣੀ ਹੈ, ਉਹਦੇ ਉੱਪਰ ਜ਼ੋਰ ਦਿੱਤਾ ਗਿਆ। ਦ ਹਰਬਰਟੇਰੀਅਨ ਡਾਕਟਰਾइन ऑफ टीचिंग was the first attempt to apply the methods of logic on the classroom instruction। की कहना कि मैथड्स ऑफ लॉजिक यूज़ करने, उन्होंने अप्लाई करना। जॉन डेवी एंड किलपैट्रिक डिवेलपड प्रॉब्लम एंड प्रोजैक्ट मैथड्स। हुण इन्होंने प्रोजैक्ट मैथड ते जिहड़े प्रॉब्लम सॉल्विंग मैथड ने वो डिवेलप किए। मॉडर्न टीचिंग टैक्नोलॉजी इनवॉल्वस द एक्टिविटीज़ ऑफ बोथ द टीचिंग एंड प्यूपल्स। एक्टिव पार्टिसिपेशन ऑफ द स्टूडेंट्स इज बीइंग इनक्रीजिंगली एम्फेसाइज्ड नाउ डेज। हुण की कहा जाता कि जिहड़े बच्चे ने उन्हां दी एक्टिवली पार्टिसिपेशन होनी ज़रूरी है। मीनस बच्चे शमूलीयत करन, प्रश्न पुछन, प्रश्नों के उत्तर देन, कोई उन्हां दी क्वेरी है वो अपनी क्लीयर करन। ऑब्जेक्टिव बेस्ड इंस्ट्रक्शनल मैथड्स इज़ द लेटेस्ट ट्रेंड रिजल्टिंग फ्रॉम द इम्पैक्ट ऑफ फिलोसफी ऑफ एजुकेशनल evaluation। Today, teaching methods have become highly technical and technological due to the effect of science and new technology। ਹੁਣ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਇਹ ਮੈਥਡਸ ਨੇ ਟੀਚਿੰਗ ਵਾਲੇ ਉਹ ਬਹੁਤ ਜ਼ਿਆਦਾ ਵਾਸਟ ਵੀ ਹੋ ਗਏ ਨੇ ਤੇ ਮਾਡਰਨ ਵੀ ਹੋ ਗਏ ਨੇ, ਕਿਉਂਕਿ ਅੱਜ ਜੇ ਪੜ੍ਹਾਉਣਾ ਸਮਾਰਟ ਕਲਾਸਰੂਮਸ ਯੂਜ਼ ਕੀਤੇ ਜਾ ਰਹੇ ਨੇ ਤੇ ਪ੍ਰੋਜੈਕਟਰ ਵਗੈਰਾ ਵਰਤੇ ਜਾ ਰਹੇ ਨੇ। ਪੁਰਾਣੇ ਟਾਈਮ ਦੇ ਵਿੱਚ ਕੀ ਹੁੰਦਾ ਸੀ, ਸਿਰਫ ਚੌਕ ਤੇ ਬਲੈਕਬੋਰਡ ਦੀ ਵਰਤੋਂ ਜ਼ਿਆਦਾ ਹੁੰਦੀ ਸੀ ਜਾਂ ਲੈਕਚਰ ਮੈਥਡ ਨੂੰ ਜ਼ਿਆਦਾ ਯੂਜ਼ ਕੀਤਾ ਜਾਂਦਾ ਸੀ। ਡੀਅਰ ਸਟੂਡੈਂਟਸ, ਇਸ ਵੀਡੀਓ ਦੇ ਵਿੱਚ ਇੰਨਾ ਹੀ। ਥੈਂਕਸ ਫॉर ਵਾਚਿੰਗ।